ਤਾਂ ਫਿਰ ਅੱਜ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਇੰਸਟਾ ਪੇजेस ਤੇ ਵਾਇਰਲ ਹੋ ਰਹੀ ਇਸ ਨਿਊਜ਼ ਬਾਰੇ, ਜੋ ਕਿ ਆ AISA ਬਾਰੇ, ਆਲ ਇੰਡੀਆ ਸਟੂਡੈਂਟ ਐਸੋਸੀਏਸ਼ਨ, ਜਿਨ੍ਹਾਂ ਨੇ UGC ਜਾਣੀ ਕਿ ਮਿਨਿਸਟਰੀ ਆਫ ਐਜੂਕੇਸ਼ਨ ਵਾਲਿਆਂ ਨੂੰ ਇਹ ਐਪਲੀਕੇਸ਼ਨ ਲਿਖੀ ਹੈ ਕਿ ਪੂਰੇ ਇੰਡੀਆ ਵਿੱਚ ਜਿੰਨੇ ਵੀ ਐਗਜ਼ਾਮਸ ਹੋ ਰਹੇ ਨੇ, ਚਾਹੇ ਉਹ ਸਕੂਲਸ ਦੇ ਹੋਣ ਚਾਹੇ ਯੂਨੀਵਰਸਿਟੀਜ਼ ਦੇ ਹੋਣ, ਉਹ ਸਾਰੇ ਐਗਜ਼ਾਮ ਕੈਂਸਲ ਕਰ ਦਿੱਤੇ ਜਾਣ ਤੇ ਸਾਰਿਆਂ ਨੂੰ ਪ੍ਰਮੋਟ ਕਰ ਦਿੱਤਾ ਜਾਵੇ। ਮੇਰਾ ਇਸ ਐਸੋਸੀਏਸ਼ਨ ਨਾਲ ਤੇ ਇਸ ਤਰ੍ਹਾਂ ਦੀਆਂ ਹੋਰ ਵੀ ਕਈ ਐਸੋਸੀਏਸ਼ਨ ਨਾਲ ਪੁਰਾਣਾ ਐਕਸਪੀਰੀਅੰਸ ਰਿਹਾ ਹੈ, ਜੋ ਕਿ ਮੈਂ ਤੁਹਾਨੂੰ ਵੀਡੀਓ ਵਿੱਚ ਅੱਗੇ ਜਾ ਕੇ ਦੱਸੂੰਗਾ। ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਇਹ ਦਿਖਾਉਂਦੇ ਹਾਂ ਕਿ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਨੇ ਆਪਣੀ ਐਪਲੀਕੇਸ਼ਨ ਵਿੱਚ UGC ਵਾਲਿਆਂ ਨੂੰ ਕੀ ਲਿਖਿਆ ਹੈ। ਤਾਂ ਫਿਰ ਇਹ ਰਹੀ ਤੁਹਾਡੇ ਸਾਹਮਣੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਦੀ ਆਫੀਸ਼ੀਅਲ ਐਪਲੀਕੇਸ਼ਨ, ਜੋ ਇਹਨਾਂ ਨੇ ਮਿਨਿਸਟਰੀ ਆਫ ਐਜੂਕੇਸ਼ਨ ਨੂੰ ਲਿਖੀ ਹੈ। ਤਾਂ ਹੁਣ ਆਪਾਂ ਤੁਹਾਨੂੰ ਪੜ੍ਹ ਕੇ ਵੀ ਸੁਣਾ ਦਿੰਦੇ ਹਾਂ ਕਿ ਇਸ ਐਸੋਸੀਏਸ਼ਨ ਨੇ ਇਸ ਐਪਲੀਕੇਸ਼ਨ ਵਿੱਚ ਕੀ ਲਿਖਿਆ ਹੈ। ਇਹਨਾਂ ਨੇ ਸਭ ਤੋਂ ਪਹਿਲੀ ਲਾਈਨ ਵਿੱਚ ਇਹੀ ਲਿਖਿਆ ਹੈ ਕਿ ਜਿਹੜਾ ਕਰੋਨਾ ਹੈ ਉਹ ਇਸ ਕਰਕੇ ਜ਼ਿਆਦਾ ਤੋਂ ਜ਼ਿਆਦਾ ਫੈਲ ਰਿਹਾ ਹੈ ਕਿਉਂਕਿ ਜਿਹੜਾ ਇੰਡੀਅਨ ਦਾ ਹੈਲਥ ਸਿਸਟਮ ਹੈ ਉਹ ਬਿਲਕੁਲ ਫੇਲ ਹੋ ਚੁੱਕਿਆ ਹੈ। ਇਸ ਕਰਕੇ ਜਿਹੜਾ ਕਰੋਨਾ ਦਿਨੋਂ ਦਿਨ ਵੱਧ ਰਿਹਾ ਹੈ। ਇਸ ਤੋਂ ਇਲਾਵਾ ਇਸ ਐਸੋਸੀਏਸ਼ਨ ਨੇ ਇਹ ਵੀ ਦੱਸਿਆ ਹੈ ਕਿ ਜਿਹੜੀ ਆਕਸੀਜਨ ਦੀ ਕਮੀ ਆ ਉਹ ਪੂਰੇ ਇੰਡੀਆ ਵਿੱਚ ਦਿਖ ਰਹੀ ਹੈ ਅਤੇ ਲੋਕ ਆਕਸੀਜਨ ਲਈ ਤੜਫ ਰਹੇ ਹਨ। ਇਸੇ ਵਿੱਚ ਕਈ ਯੂਨੀਵਰਸਿਟੀਜ਼ ਹੁਣ ਐਗਜ਼ਾਮ ਲੈਣ ਦੀ ਤਿਆਰੀ ਕਰ ਰਹੀਆਂ ਨੇ, ਜੋ ਕਿ ਹੁਣ ਜਿਹੜਾ ਡੈਥ ਰੇਟ ਆ ਉਸ ਨੂੰ ਬਹੁਤ ਜ਼ਿਆਦਾ ਵਧਾ ਦੇਵੇਗੀ। ਸੈਕੰਡ ਪੈਰਾਗ੍ਰਾਫ ਵਿੱਚ ਇਸ ਐਸੋਸੀਏਸ਼ਨ ਨੇ ਲਿਖਿਆ ਹੈ ਕਿ ਪਿਛਲੇ ਕੁਝ ਹਫ਼ਤਿਆਂ ਵਿੱਚ ਕਾफ़ੀ ਜ਼ਿਆਦਾ ਸਟੂਡੈਂਟਸ ਆਪਣੀ ਜਾਨ ਗਵਾ ਚੁੱਕੇ ਨੇ ਆਕਸੀਜਨ ਦੀ ਕਮੀ ਕਾਰਨ, ਮੈਡੀਸਨ ਦੀ ਕਮੀ ਕਾਰਨ ਅਤੇ ਹਸਪੀਟਲ ਵਿੱਚ ਬੈਡਸ ਦੀ ਕਮੀ ਕਾਰਨ। ਉਸ ਤੋਂ ਬਾਅਦ ਇਹਨਾਂ ਨੇ ਇਹ ਲਿਖਿਆ ਹੈ ਕਿ ਇਸ ਤਰ੍ਹਾਂ ਦੀ ਸਿਚੁਏਸ਼ਨ ਵਿੱਚ ਆਨਲਾਈਨ ਐਗਜ਼ਾਮ ਲੈਣਾ ਇੱਕ ਹੈਨੀਅਸ ਜਾਣੀ ਕਿ ਇੱਕ ਘਿਨੌਣਾ ਅਪਰਾਧ ਆ। ਜਿਹੜੇ ਵੀ ਯੂਨੀਵਰਸਿਟੀਜ਼ ਆਨਲਾਈਨ ਐਗਜ਼ਾਮ ਲੈ ਰਹੀਆਂ ਨੇ ਉਹ ਇੱਕ ਘਿਨੌਣਾ ਅਪਰਾਧ ਕਰ ਰਹੀਆਂ ਨੇ ਇੱਦਾਂ ਦੇ ਹਾਲਾਤਾਂ ਵਿੱਚ ਆਨਲਾਈਨ ਐਗਜ਼ਾਮ ਬਾਰੇ ਸੋਚ ਕੇ। ਇਹਨਾਂ ਨੇ ਇਹ ਵੀ ਕਿਹਾ ਹੈ ਕਿ ਜੇ ਯੂਨੀਵਰਸਿਟੀਜ਼ ਆਨਲਾਈਨ ਐਗਜ਼ਾਮ ਲੈਂਦੀਆਂ ਨੇ ਤਾਂ ਉਹਦੇ ਕਾਰਨ ਕਾफ़ੀ ਜ਼ਿਆਦਾ ਸਟੂਡੈਂਟ ਜਾਣੀ ਕਿ ਲੱਖਾਂ ਸਟੂਡੈਂਟ ਫੇਲ ਹੋ ਜਾਣਗੇ। ਅਤੇ ਇਹਨਾਂ ਨੇ ਨਾਲ ਇਹ ਵੀ ਕਹਿ ਦਿੱਤਾ ਕਿ ਪਿਛਲੀ ਵਾਰ ਜਿੰਨੇ ਵੀ ਆਨਲਾਈਨ ਐਗਜ਼ਾਮਸ ਹੋਏ ਨੇ ਉਹਨਾਂ ਵਿੱਚ ਕੋਈ ਵੀ ਐਗਜ਼ਾਮ ਸਕਸੈਸਫੁਲ ਨਹੀਂ ਰਿਹਾ। ਜਿਹੜੇ ਵੀ ਐਗਜ਼ਾਮਸ ਹੋਏ ਰਹੇ ਆਨਲਾਈਨ ਉਹਨਾਂ ਵਿੱਚ ਜਿਹੜੇ ਸਟੂਡੈਂਟ ਸੀਗੇ, ਜਿਹੜੇ ਜਾਣੀ ਕਿ ਪਿੰਡਾਂ ਵਾਲੇ ਸੀਗੇ, ਰੂਰਲ ਏਰੀਆ ਦੇ ਸੀਗੇ, ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਉਹਨਾਂ ਨੂੰ ਨੈਟਵਰਕ ਪ੍ਰੋਬਲਮ ਆਈ, ਜਿਸ ਕਰਕੇ ਉਹ ਐਗਜ਼ਾਮ ਨਹੀਂ ਦੇ ਪਾਏ। ਇਸ ਕਰਕੇ ਇਸ ਐਸੋਸੀਏਸ਼ਨ ਦਾ ਇਹ ਕਹਿਣਾ ਹੈ ਕਿ ਇਸ ਸਿਚੁਏਸ਼ਨ ਵਿੱਚ ਆਨਲਾਈਨ ਐਗਜ਼ਾਮ ਲੈਣਾ ਇੱਕ ਬਿਲਕੁਲ ਕ੍ਰਿਮੀਨਲ ਐਕਟ ਹੈ ਅਤੇ ਇਹ ਬਿਲਕੁਲ ਇਨਸਾਨੀਅਤ ਦੇ ਵਿਰੁੱਧ ਹੈ। ਐਪਲੀਕੇਸ਼ਨ ਦੇ ਬਿਲਕੁਲ ਲਾਸਟ ਵਿੱਚ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਨੇ ਆਪਣੀਆਂ ਡਿਮਾਂਡਸ ਰੱਖੀਆਂ ਨੇ। ਇਹਨਾਂ ਨੇ 2 ਡਿਮਾਂਡਸ ਰੱਖੀਆਂ ਨੇ। ਪਹਿਲੀ ਡਿਮਾਂਡ ਇਹਨਾਂ ਨੇ ਕਹੀ ਹੈ ਕਿ ਜਿਹੜੇ ਵੀ ਐਗਜ਼ਾਮਸ ਹੋ ਰਹੇ ਨੇ ਸਕੂਲ ਅਤੇ ਯੂਨੀਵਰਸਿਟੀਆਂ ਦੇ ਆਲ ਓਵਰ ਇੰਡੀਆ, ਉਹ ਸਾਰਿਆਂ ਨੂੰ ਕੈਂਸਲ ਕਰ ਦਿੱਤਾ ਜਾਵੇ ਅਤੇ ਜਿੰਨੇ ਵੀ ਸਟੂਡੈਂਟਸ ਨੇ ਉਹ ਸਾਰਿਆਂ ਨੂੰ ਪ੍ਰਮੋਟ ਕਰ ਦਿੱਤਾ ਜਾਵੇ। ਅਤੇ ਦੂਸਰੀ ਡਿਮਾਂਡ ਜੋ ਇਹਨਾਂ ਨੇ ਰੱਖੀ ਹੈ ਉਹ ਆ ਸਸਪੈਂਸ਼ਨ ਆਫ ਅਕੈਡਮਿਕ ਸਮੈਸਟਰ, ਜਾਣੀ ਕਿ ਜਦੋਂ ਤੱਕ ਕਰੋਨਾ ਸਿਚੁਏਸ਼ਨ ਠੀਕ ਨਹੀਂ ਹੁੰਦੀ ਉਦੋਂ ਤੱਕ ਐਗਜ਼ਾਮ ਨੂੰ ਪੋਸਟਪੋਨ ਕਰ ਦਿੱਤਾ ਜਾਵੇ। ਇਸ ਨਿਊਜ਼ ਨੂੰ ਸੁਣ ਕੇ ਸਕੂਲ ਦੇ ਅਤੇ ਕਾਲਜ ਦੇ ਸਟੂਡੈਂਟਸ ਬਹੁਤ ਜ਼ਿਆਦਾ ਖੁਸ਼ ਨੇ ਕਿਉਂਕਿ ਉਹਨਾਂ ਨੂੰ ਹੁਣ ਪੂਰੀ ਉਮੀਦ ਹੈ ਕਿ ਜਿਹੜੇ ਉਹਨਾਂ ਦੇ ਐਗਜ਼ਾਮ ਨੇ ਉਹ ਕੈਂਸਲ ਹੋ ਜਾਣਗੇ ਅਤੇ ਹੁਣ ਉਹਨਾਂ ਸਭ ਨੂੰ ਪ੍ਰਮੋਟ ਕਰ ਦਿੱਤਾ ਜਾਊਗਾ ਕਿਉਂਕਿ ਜਿਹੜੀ ਇਹ ਐਪਲੀਕੇਸ਼ਨ ਆ ਇਹ ਐਜੂਕੇਸ਼ਨ ਮਿਨਿਸਟਰੀ ਨੂੰ, ਜਾਣੀ ਮਿਨਿਸਟਰੀ ਆਫ ਐਜੂਕੇਸ਼ਨ ਨੂੰ ਭੇਜ ਦਿੱਤੀ ਗਈ ਆ। ਲੇਕਿਨ ਮੈਂ ਤੁਹਾਨੂੰ ਦੱਸ ਦਿੰਦਾ ਕਿ ਤੁਹਾਨੂੰ ਖੁਸ਼ ਹੋਣ ਦੀ ਕੋਈ ਵੀ ਜ਼ਰੂਰਤ ਨਹੀਂ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਰਿਸਕ ਵਾਲੀ ਨਿਊਜ਼ ਹੈ ਅਤੇ ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ। ਅਤੇ ਇਹ ਗੱਲ ਮੈਂ ਤੁਹਾਨੂੰ ਆਪਣੇ ਐਕਸਪੀਰੀਅੰਸ ਤੋਂ ਬੋਲ ਰਿਹਾ ਹਾਂ, ਜੋ ਮੈਂ ਤੁਹਾਨੂੰ ਹੁਣੀ ਇੱਥੇ ਪ੍ਰੂਫ ਕਰਕੇ ਦਿਖਾਊਂਗਾ। ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ 2020 ਦੇ ਐਗਜ਼ਾਮ ਵਿੱਚ। ਮੈਂ ਇੱਥੇ ਹਰ ਯੂਨੀਵਰਸਿਟੀ ਦੀ ਗੱਲ ਕਰ ਰਿਹਾ, ਚਾਹੇ PU ਚੰਡੀਗੜ੍ਹ ਹੋਵੇ, ਚਾਹੇ GNDU, PUB, ਜਿਹੜੀਆਂ ਵੀ ਯੂਨੀਵਰਸਿਟੀ ਨੇ ਸਾਰੀਆਂ ਯੂਨੀਵਰਸਿਟੀਜ਼ ਮੈਂ ਇੱਥੇ ਇਕੱਠੀ ਗੱਲ ਕਰ ਰਿਹਾ। ਤਾਂ ਹੁਣ ਤੁਸੀਂ ਜਿਹੜੀ ਮੇਰੀ ਗੱਲ ਆ ਬਿਲਕੁਲ ਧਿਆਨ ਨਾਲ ਸੁਣਿਓ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਜਿਹੜੀ ਐਸੋਸੀਏਸ਼ਨ ਨੇ ਐਪਲੀਕੇਸ਼ਨ ਲਿਖੀ ਆ ਉਸ ਨਾਲ ਤੁਹਾਨੂੰ ਕੀ ਨੁਕਸਾਨ ਹੋ ਸਕਦਾ ਹੈ। ਤਾਂ ਸਭ ਤੋਂ ਪਹਿਲਾਂ ਦੇਖੋ, ਜਿਹੜੇ ਮੇਰੇ ਐਗਜ਼ਾਮ ਹੋਣੇ ਸੀ ਉਹ ਹੋਣੇ ਸੀਗੇ ਮਈ 2020 ਦੇ ਵਿੱਚ, ਪਰ ਜਿਹੜੇ ਪੋਸਟਪੋਨ ਹੋਣ ਕਾਰਨ ਹੋਏ ਸਤੰਬਰ 2020 ਦੇ ਵਿੱਚ। ਅਤੇ ਇਸ ਦੇ ਰੀਜ਼ਨ ਕੀ ਨੇ ਇਹ ਤੁਹਾਨੂੰ ਮੈਂ ਦੱਸਦਾ। ਤਾਂ ਸਭ ਤੋਂ ਪਹਿਲਾਂ ਜਿਹੜਾ ਰੀਜਨ ਆ ਉਹ ਐਸੋਸੀਏਸ਼ਨ, ਜਿੱਦਾਂ ਕਿ ਇਹ ਵਾਲੀ ਐਸੋਸੀਏਸ਼ਨ ਆ, ਅਤੇ ਇਸ ਤੋਂ ਇਲਾਵਾ ਹੋਰ ਵੀ ਕਈ ਐਸੋਸੀਏਸ਼ਨ ਸੀਗੀਆਂ ਜਿੱਦਾਂ ਕਿ NSUI ਵਾਲੇ ਹੋ ਗਏ, ABP ਵਾਲੇ ਹੋ ਗਏ ਜਾਂ SFJ ਵਾਲੇ। ਇੱਦਾਂ ਦੀਆਂ ਕਈ ਐਸੋਸੀਏਸ਼ਨ ਸੀਗੀਆਂ ਜਿਹੜੀਆਂ ਨੇ ਸਾਡੀ ਵਾਰ ਵੀ ਇੰਨਾ ਹੀ ਪ੍ਰੈਸ਼ਰ ਪਾਇਆ ਸੀ। ਤਾਂ ਮਈ 2020 ਦੇ ਐਗਜ਼ਾਮਸ ਲਈ ਸਾਰੀ ਯੂਨੀਵਰਸਿਟੀਆਂ ਨੇ ਇਹ ਸੋਚਿਆ ਕਿ ਚਲੋ ਆਪਾਂ ਹੁਣ ਐਗਜ਼ਾਮ ਆਨਲਾਈਨ ਲੈ ਲੈਂਦੇ ਹਾਂ ਤਾਂ ਕਿ ਕਿਸੇ ਨੂੰ ਕਰੋਨਾ ਨਾ ਹੋਵੇ। ਪਰ ਇਹਨਾਂ ਐਸੋਸੀਏਸ਼ਨ ਨੇ ਇਹ ਰੌਲਾ ਪਾਇਆ ਕਿ ਆਨਲਾਈਨ ਐਗਜ਼ਾਮ ਪੋਸੀਬਲ ਨਹੀਂ ਕਿਉਂਕਿ ਰੂਰਲ ਏਰੀਆ ਵਿੱਚ ਨੈਟਵਰਕ ਦੀ ਕਮੀ ਆ, ਇਸ ਕਰਕੇ ਆਨਲਾਈਨ ਐਗਜ਼ਾਮ ਨਹੀਂ ਲੈਣੇ ਚਾਹੀਦੇ। ਜਿਹੜੇ ਸਾਰੇ ਐਗਜ਼ਾਮਸ ਨੇ ਉਹ ਬਿਲਕੁਲ ਕੈਂਸਲ ਕਰ ਦੇਣੇ ਚਾਹੀਦੇ ਆ ਅਤੇ ਸਾਰਿਆਂ ਨੂੰ ਬਿਲਕੁਲ ਪ੍ਰਮੋਟ ਕਰ ਦੇਣਾ ਚਾਹੀਦਾ। ਪਰ ਜਦੋਂ ਯੂਨੀਵਰਸਿਟੀਜ਼ ਨੇ ਇਹਨਾਂ ਦੀਆਂ ਗੱਲ ਨਹੀਂ ਸੁਣੀ ਅਤੇ ਆਨਲਾਈਨ ਐਗਜ਼ਾਮ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਇਹਨਾਂ ਐਸੋਸੀਏਸ਼ਨਸ ਨੇ ਹਾਈ ਕੋਰਟ ਵਿੱਚ ਕੇਸ ਕਰ ਦਿੱਤਾ ਕਿ ਜਿਹੜੇ ਇਹ ਐਗਜ਼ਾਮਸ ਨੇ ਇਹ ਆਨਲਾਈਨ ਮੋਡ ਵਿੱਚ ਨਹੀਂ ਲਏ ਜਾਣ ਅਤੇ ਨਾ ਹੀ ਆਫਲਾਈਨ ਮੋਡ ਵਿੱਚ ਲਏ ਜਾਣ, ਬਲਕਿ ਸਟੂਡੈਂਟਸ ਨੂੰ ਪ੍ਰਮੋਟ ਕੀਤਾ ਜਾਵੇ। ਅਤੇ ਹਾਈ ਕੋਰਟ ਵਿੱਚ ਇਸ 'ਤੇ ਕਿੰਨੀ ਦੇਰ ਕੇਸ ਚੱਲੀ ਗਿਆ ਅਤੇ ਤਰੀਕ 'ਤੇ ਤਰੀਕ ਪੈਂਦੀ ਗਈ, ਜਿਸ ਕਰਕੇ ਸਾਡੇ ਬਹੁਤ ਜ਼ਿਆਦਾ ਮੰਥਸ ਵੇਸਟ ਹੋ ਗਏ। ਤਾਂ ਫਿਰ ਜਦੋਂ ਹਾਈ ਕੋਰਟ ਨੇ ਕਿਹਾ ਕਿ ਚਲੋ ਜੇ ਤੁਸੀਂ ਆਨਲਾਈਨ ਐਗਜ਼ਾਮ ਨਹੀਂ ਲੈ ਸਕਦੇ ਤਾਂ ਆਪਾਂ ਬਲੈਂਡ ਮੋਡ ਵਿੱਚ ਲੈ ਲੈਂਦੇ ਹਾਂ, ਜਾਣੀ ਕਿ ਜਿਹੜੇ ਹੁਣ ਆਨਲਾਈਨ ਐਗਜ਼ਾਮ ਦੇ ਸਕਦੇ ਆਨਲਾਈਨ ਦੇ ਦਿਓ। ਜਦੋਂ ਕਰੋਨਾ ਸਿਚੁਏਸ਼ਨ ਠੀਕ ਹੋ ਜਾਊਗੀ ਤਾਂ ਬਾਅਦ ਵਿੱਚ ਜਿਹੜੇ ਐਗਜ਼ਾਮ ਨਹੀਂ ਦੇ ਪਾਏ ਉਹ ਆਫਲਾਈਨ ਮੋਡ ਵਿੱਚ ਐਗਜ਼ਾਮ ਦੇ ਦਿਓ। ਪਰ ਇੱਥੇ ਤੱਕ ਗੱਲ ਨਹੀਂ ਰਹੀ। ਹੁਣ ਆਪਣਾ ਜਿਹੜਾ ਕੇਸ ਉਹ ਪਹੁੰਚ ਗਿਆ ਸੁਪਰੀਮ ਕੋਰਟ ਵਿੱਚ ਅਤੇ ਸੁਪਰੀਮ ਕੋਰਟ ਨੇ ਇਸ ਤੋਂ ਵੀ ਜ਼ਿਆਦਾ ਕੇਸ ਨੂੰ ਡਿਲੇ ਕੀਤਾ, ਹਰ ਤਰੀਕ 'ਤੇ ਤਰੀਕ ਦਿੰਦੇ ਗਏ। ਇਸ ਦੇ ਵਿੱਚ ਮਿਨਿਸਟਰੀ ਆਫ ਐਜੂਕੇਸ਼ਨ ਨੇ ਆਪਣੇ 'ਤੇ ਪ੍ਰੈਸ਼ਰ ਘਟਾਉਣ ਲਈ ਜਿਹੜੇ ਫਸਟ ਅਤੇ ਸੈਕੰਡ ਈਅਰ ਵਾਲੇ ਸਟੂਡੈਂਟ ਸੀ ਉਹਨਾਂ ਨੂੰ ਪ੍ਰਮੋਟ ਕਰਤਾ ਅਤੇ ਹੁਣ ਸਿਰਫ ਉਹਨਾਂ ਕੋਲ ਰਹਿ ਗਏ ਸੀ ਫਾਈਨਲ ਈਅਰ ਵਾਲੇ ਸਟੂਡੈਂਟਸ।
ਹੁਣ ਜਿਹੜੀਆਂ ਐਸੋਸੀਏਸ਼ਨ ਸੀਗੀਆਂ ਤੇ ਜਿਹੜੇ ਸਟੂਡੈਂਟਸ ਸੀਗੇ ਉਹਨਾਂ ਕੋਲ ਹੋਰ ਵੀ ਜ਼ਿਆਦਾ ਮਜ਼ਬੂਤ ਕੇਸ ਹੋ ਗਿਆ ਸੀ। ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਕਿ ਜੇ ਤੁਸੀਂ ਫਸਟ ਤੇ ਸੈਕੰਡ ਈਅਰ ਵਾਲਿਆਂ ਨੂੰ ਪ੍ਰਮੋਟ ਕਰ ਸਕਦੇ ਹੋ, ਫਿਰ ਫਾਈਨਲ ਈਅਰ ਵਾਲਿਆਂ ਨੂੰ ਪ੍ਰਮੋਟ ਕਿਉਂ ਨਹੀਂ ਕਰ ਸਕਦੇ। ਫਿਰ ਇਸ 'ਤੇ ਵੀ 1-2 ਮੰਥ ਤੱਕ ਸੁਪਰੀਮ ਕੋਰਟ ਵਿੱਚ ਕੇਸ ਚੱਲਦਾ ਗਿਆ ਤੇ ਜਿਹੜੇ ਸਟੂਡੈਂਟਸ ਦਾ ਕੇਸ ਲੜ ਰਹੇ ਸੀ ਉਹਨਾਂ ਦਾ ਨਾਮ ਸੀਗਾ ਅਲੋਕ ਸ਼੍ਰੀਵਾਸਤਵ, ਜੋ ਕਿ ਸਟੂਡੈਂਟਸ ਦੇ ਐਡਵੋਕੇਟ ਸੀ। ਤਾਂ ਤੁਸੀਂ ਸਮਝ ਲਓ ਲਗਭਗ ਇੱਕ ਲੜਾਈ ਦੀ ਤਰ੍ਹਾਂ ਮਾਹੌਲ ਹੋ ਗਿਆ ਸੀ। ਸਟੂਡੈਂਟਸ ਵੱਲੋਂ ਜਿਹੜੇ ਵਕੀਲ ਸੀਗੇ ਉਹ 5-6 ਵਕੀਲ ਸੀਗੇ ਤੇ ਜਿਹੜੇ UGC ਵੱਲੋਂ ਵਕੀਲ ਸੀਗੇ ਉਹ ਵੀ 4-5 ਜਾਣੇ ਸੀਗੇ। ਤਾਂ ਦੋਨਾਂ ਨੇ ਆਪਸ ਵਿੱਚ ਬਹੁਤ ਦੇਰ ਤੱਕ ਇਹ ਕੇਸ ਲੜੀ ਗਏ ਕਿ ਐਗਜ਼ਾਮ ਹੋਣ ਜਾਂ ਫਿਰ ਨਾ ਹੋਣ। ਤੇ ਇੰਨੇ ਮੰਥ ਤੱਕ ਅਸੀਂ ਇਹਨਾਂ ਕੇਸ ਵਿੱਚ ਹੀ ਫਸੇ ਰਹੇ ਕਿ ਐਗਜ਼ਾਮ ਹੋਣਗੇ ਜਾਂ ਫਿਰ ਨਹੀਂ ਹੋਣਗੇ। ਬਹੁਤ ਜ਼ਿਆਦਾ ਸਟੂਡੈਂਟ ਡਿਪਰੈਸ ਹੋ ਗਏ ਸੀ। ਮੈਂ ਖੁਦ ਡਿਪਰੈਸਡ ਹੋ ਗਿਆ ਸੀ, ਜਿਸ ਕਾਰਨ ਹੀ ਮੈਂ ਇਹ ਚੈਨਲ ਬਣਾਇਆ ਸੀਗਾ YouTube 'ਤੇ, ਤਾਂ ਕਿ ਮੈਂ ਜਿਹੜੀ ਸਟੂਡੈਂਟਸ ਦੀ ਟੈਨਸ਼ਨ ਆ ਉਸ ਨੂੰ ਥੋੜ੍ਹਾ ਘੱਟ ਕਰ ਸਕਾਂ। ਤੇ ਇਸ ਵਿੱਚ ਹੀ ਹੁਣ ਸ਼ੁਰੂ ਹੋ ਚੁੱਕੀ ਸੀ ਪੋਲੀਟਿਕਸ, ਕਿਉਂਕਿ ਜਿਹੜੇ ਕਾਂਗਰਸ ਦੇ ਬੰਦੇ ਸੀ ਹੁਣ ਉਹ ਕਹਿਣ ਲੱਗ ਗਏ ਸੀਗੇ ਕਿ ਜਿਹੜੇ ਐਗਜ਼ਾਮ ਨੇ ਆਨਲਾਈਨ ਲਏ ਜਾਣ। ਪਰ ਜਿਹੜੀ BJP ਸੀਗੀ, ਜਾਣੀ ਕਿ ਜਿਹੜੀ ਮੋਦੀ ਦੀ ਗੌਰਮੈਂਟ ਆ, ਉਹ ਕਹਿੰਦੇ ਸੀ ਕਿ ਜਿਹੜੇ ਐਗਜ਼ਾਮ ਆ ਉਹ ਆਫਲਾਈਨ ਹੀ ਕਰਾਏ ਜਾਣ। ਹੁਣ ਇਹਨਾਂ ਲੜਾਈ ਵਿੱਚ ਕੇਸ ਹੋਰ ਵੀ ਜ਼ਿਆਦਾ ਡਿਲੇ ਹੋ ਗਿਆ ਤੇ ਇੱਦਾਂ ਹੀ ਡਿਲੇ ਹੁੰਦਾ ਰਿਹਾ। ਤੇ ਯਾਦ ਰੱਖਿਓ ਜਿਹੜੀ ਮਿਨਿਸਟਰੀ ਆਫ ਐਜੂਕੇਸ਼ਨ ਆ ਉਹ BJP ਦੀ ਹੋਈ ਆ, ਯਾਨੀ ਕਿ ਜਿਹੜਾ ਇੰਡੀਆ ਦਾ ਐਜੂਕੇਸ਼ਨ ਮਿਨਿਸਟਰ ਆ ਉਹ BJP ਦਾ ਹੀ ਬੰਦਾ ਵਾ। ਤਾਂ ਹੁਣ ਆਪਾਂ ਤੁਹਾਨੂੰ ਲਾਸਟ 'ਚ ਦੱਸ ਦਿਆਂਗੇ ਸੁਪਰੀਮ ਕੋਰਟ ਨੇ ਇਸ ਗੱਲ ਦਾ ਫੈਸਲਾ ਕੀ ਕੀਤਾ। ਸੁਪਰੀਮ ਕੋਰਟ ਨੇ ਸਭ ਤੋਂ ਪਹਿਲਾਂ ਇਹ ਕਿਹਾ ਕਿ ਜਿਹੜੇ UGC ਵਾਲਿਆਂ ਨੇ ਉਹਨਾਂ ਨੇ ਫਸਟ ਸੈਕੰਡ ਈਅਰ ਵਾਲਿਆਂ ਨੂੰ ਕਿਉਂ ਪਾਸ ਕੀਤਾ, ਪਰ ਜਿਹੜੇ UGC ਵਾਲਿਆਂ ਨੇ ਉਹਨਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਬਹਾਨਾ ਲਾ ਕੇ ਫਸਟ ਤੇ ਸੈਕੰਡ ਈਅਰ ਵਾਲਿਆਂ ਦੀ ਜਿਹੜੀ ਗੱਲ ਆ ਉਸ ਨੂੰ ਦੱਬ ਲਿਆ। ਤੇ ਹੁਣ ਗੱਲ ਆ ਗਈ ਸਿੱਧਾ ਫਾਈਨਲ ਈਅਰ ਵਾਲਿਆਂ 'ਤੇ। ਤਾਂ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਇੱਦਾਂ ਦਾ ਕੋਈ ਵੀ ਨੋਟਿਸ ਨਹੀਂ ਹੈਗਾ ਜਾਂ ਫਿਰ ਇੱਦਾਂ ਦੀ ਕੋਈ ਵੀ ਪਾਲਿਸੀ ਨਹੀਂ ਹੈਗੀ ਜਿਸ ਕਰਕੇ ਜੇ ਕਿਸੇ ਵੀ ਰਿਸਕ ਕਰਕੇ ਜਿਹੜੇ ਫਾਈਨਲ ਈਅਰ ਆ ਉਹਨਾਂ ਦੇ ਐਗਜ਼ਾਮ ਨੂੰ ਕੈਂਸਲ ਕਰ ਦਿੱਤਾ ਜਾਵੇ ਜਾਂ ਫਿਰ ਉਹਨਾਂ ਨੂੰ ਪ੍ਰਮੋਟ ਕੀਤਾ ਜਾਵੇ। ਸੁਪਰੀਮ ਕੋਰਟ ਦਾ ਇਹ ਕਹਿਣਾ ਸੀਗਾ ਕਿ ਐਗਜ਼ਾਮ ਬਿਲਕੁਲ ਹੋਣਗੇ, ਜ਼ਰੂਰ ਹੋਣਗੇ, ਚਾਹੇ ਉਸ ਨੂੰ ਕਿਸੇ ਵੀ ਮੋਡ ਵਿੱਚ ਲਿਆ ਜਾਵੇ, ਚਾਹੇ ਆਨਲਾਈਨ ਮੋਡ ਵਿੱਚ ਲਏ ਜਾਣ ਚਾਹੇ ਆਫਲਾਈਨ ਮੋਡ ਵਿੱਚ ਲਏ ਜਾਣ। ਹੁਣ ਅਸੀਂ ਦੁਬਾਰਾ ਤੋਂ ਫਿਰ ਤੋਂ ਉੱਥੇ ਹੀ ਆ ਕੇ ਖੜੇ ਹੋ ਗਏ ਸੀ, ਕਿਉਂਕਿ ਹੁਣ ਯੂਨੀਵਰਸਿਟੀਜ਼ ਕੋਲ ਦੋਨੋਂ ਆਪਸ਼ਨ ਸੀ, ਹੁਣ ਚਾਹੇ ਆਨਲਾਈਨ ਐਗਜ਼ਾਮ ਲੈਣ ਚਾਹੇ ਆਫਲਾਈਨ, ਕਿਉਂਕਿ ਟਾਈਮ ਬਹੁਤ ਜ਼ਿਆਦਾ ਵੇਸਟ ਹੋ ਗਿਆ ਸੀ। ਇਸ ਕਰਕੇ ਹੁਣ ਜਿਹੜੀਆਂ ਜ਼ਿਆਦਾਤਰ ਯੂਨੀਵਰਸਿਟੀ ਸੀ ਉਹ ਆਫਲਾਈਨ ਐਗਜ਼ਾਮ ਦੇ ਮੂਡ ਵਿੱਚ ਹੀ ਸੀਗੀਆਂ। ਤੇ ਮੈਂ PU ਚੰਡੀਗੜ੍ਹ ਦੇ ਅੰਡਰ ਪੜ੍ਹਦਾ ਸੀਗਾ, ਇਸ ਕਰਕੇ ਮੈਂ ਟਵਿੱਟਰ 'ਤੇ ਜਾ ਕੇ ਬਹੁਤ ਜ਼ਿਆਦਾ ਟਵੀਟਸ ਕੀਤੇ, PU ਚੰਡੀਗੜ੍ਹ 'ਤੇ ਬਹੁਤ ਜ਼ਿਆਦਾ ਮੇਮੇ ਬਣਾਏ। ਜਿਹੜੇ PU ਚੰਡੀਗੜ੍ਹ ਆ ਉਹਨਾਂ ਦਾ COE ਤੇ VC ਨੂੰ ਬਹੁਤ ਜ਼ਿਆਦਾ ਈਮੇਲਸ ਕੀਤੇ, ਮੈਸੇਜ ਕੀਤੇ, ਇੱਥੋਂ ਤੱਕ ਕਿ ਮੈਂ CM ਕੈਪਟਨ ਦੇ ਆਫਿਸ ਤੱਕ ਕਾਲ ਕਰਤੀ ਸੀ ਕਿ ਜਿਹੜੇ ਐਗਜ਼ਾਮ ਨੇ ਉਹ ਆਨਲਾਈਨ ਲਏ ਜਾਣ, ਕਿਉਂਕਿ ਕਰੋਨਾ ਸਿਚੁਏਸ਼ਨ ਬਹੁਤ ਜ਼ਿਆਦਾ ਬੁਰੀ ਆ। ਮੈਂ ਬਹੁਤ ਕੁਝ ਕੀਤਾ ਸੀ ਆਨਲਾਈਨ ਐਗਜ਼ਾਮ ਦੇ ਕਰਾਉਣ ਲਈ, ਤੇ ਮੇਰੇ ਨਾਲ ਸਿਰਫ 2-3 ਜਾਣੇ ਸੀ। ਅਸੀਂ ਮਿਲ ਕੇ ਇੱਦਾਂ ਦੇ ਹੀ ਈਮੇਲਸ ਕਰੀ ਗਏ, ਮੈਸੇਜ ਕਰੀ ਗਏ ਤੇ ਟਵੀਟਸ ਕਰੀ ਗਏ, ਪਰ ਐਂਡ 'ਤੇ ਜਾ ਕੇ ਜਿਹੜੇ PU ਚੰਡੀਗੜ੍ਹ ਨੇ ਐਗਜ਼ਾਮਸ ਲਏ ਉਹ ਆਨਲਾਈਨ ਹੀ ਲਏ ਸੀ। ਇਸ ਦੇ ਵਿੱਚ ਹੀ ਮੇਰਾ ਇੱਕ ਟਵੀਟ ਵੀ ਵਾਇਰਲ ਹੋ ਗਿਆ ਸੀ ਜੋ CM ਕੈਪਟਨ ਤੱਕ ਨੇ ਰੀਡ ਕਰ ਲਿਆ ਸੀ। ਮੈਂ ਤੁਹਾਨੂੰ ਕਿਸੇ ਵੀਡੀਓ ਵਿੱਚ ਆਪਣਾ ਉਹ ਟਵੀਟ ਵੀ ਦਿਖਾਊਂਗਾ ਜੋ ਮੇਰਾ ਵਾਇਰਲ ਹੋ ਗਿਆ ਸੀ। ਕਾਫੀ ਯੂਟਿਊਬਰਸ ਨੇ ਮੇਰਾ ਉਹ ਟਵੀਟ ਆਪਣੀ ਵੀਡੀਓ ਵਿੱਚ ਅਪਲੋਡ ਕੀਤਾ ਸੀ, ਤਾਂ ਮੈਂ ਤੁਹਾਨੂੰ ਉਹ ਲੱਭ ਕੇ ਤੁਹਾਨੂੰ ਉਹ ਵੀਡੀਓ ਜ਼ਰੂਰ ਭੇਜੂੰਗਾ। ਲੇਕਿਨ ਤੁਹਾਨੂੰ ਦੱਸ ਦਈਏ ਕਿ ਉਸ ਵੇਲੇ ਵੀ ਹਰ ਯੂਨੀਵਰਸਿਟੀ ਦੇ ਐਗਜ਼ਾਮ ਆਨਲਾਈਨ ਨਹੀਂ ਹੋਏ ਸੀ, ਬਹੁਤ ਸਾਰੀ ਯੂਨੀਵਰਸਿਟੀ ਨੇ ਐਗਜ਼ਾਮ ਆਫਲਾਈਨ ਲੈ ਲਏ ਸੀ, ਕਿਉਂਕਿ ਜਿਹੜੀ ਸੁਪਰੀਮ ਕੋਰਟ ਆ ਉਸਨੇ ਆਰਡਰ ਦਿੱਤਾ ਕਿ ਚਾਹੇ ਜਿਹੜੀ ਯੂਨੀਵਰਸਿਟੀ ਆ ਉਹ ਕਿਸੇ ਵੀ ਮੋਡ ਵਿੱਚ ਐਗਜ਼ਾਮ ਲੈ ਸਕਦੀਆਂ ਨੇ। ਇਸ ਕਰਕੇ ਹੁਣ ਵੀ ਤੁਹਾਡੇ ਨਾਲ ਵੀ ਇਹ ਹੋ ਸਕਦਾ ਵਾ, ਜਿਹੜੇ ਤੁਹਾਡੇ ਮਈ ਦੇ ਐਗਜ਼ਾਮਸ ਨੇ ਉਹ ਸਤੰਬਰ ਵਿੱਚ ਜਾ ਕੇ ਹੋ ਸਕਦੇ ਨੇ ਜਾਂ ਉਸ ਤੋਂ ਵੀ ਲੇਟ ਹੋ ਸਕਦੇ ਨੇ, ਤੇ ਜਿਹੜਾ ਤੁਹਾਡਾ ਮੋਡ ਆ ਉਹ ਆਫਲਾਈਨ ਮੋਡ ਵੀ ਹੋ ਸਕਦਾ ਵਾ। ਤੇ ਜਿਹੜੇ ਫਾਈਨਲ ਈਅਰ ਵਾਲੇ ਨੇ ਉਹ ਤਾਂ ਬਿਲਕੁਲ ਹੀ ਭੁੱਲ ਜਾਣ ਕਿ ਉਹਨਾਂ ਨੂੰ ਪ੍ਰਮੋਟ ਕੀਤਾ ਜਾਊਗਾ, ਕਿਉਂਕਿ ਉਹਨਾਂ ਨੂੰ ਤਾਂ ਐਗਜ਼ਾਮ ਦੇਣੇ ਹੀ ਪੈਣੇ। ਤੇ ਜਿਹੜੇ ਫਸਟ ਤੇ ਸੈਕੰਡ ਈਅਰ ਵਾਲੇ ਨੇ ਉਹ ਵੀ ਜ਼ਿਆਦਾ ਉਮੀਦ ਨਾ ਰੱਖਣ ਪ੍ਰਮੋਸ਼ਨ ਦੀਆਂ, ਕਿਉਂਕਿ ਸੁਪਰੀਮ ਕੋਰਟ ਨੇ ਪਹਿਲਾਂ ਹੀ ਇੱਕ ਵਾਰ UGC ਨੂੰ ਇਸ ਗੱਲ 'ਤੇ ਘੂਰਤਾ ਸੀ ਕਿ ਉਹਨਾਂ ਨੇ ਫਸਟ ਤੇ ਸੈਕੰਡ ਈਅਰ ਵਾਲਿਆਂ ਨੂੰ ਪ੍ਰਮੋਟ ਕਿਉਂ ਕੀਤਾ। ਇਸ ਲਈ ਮੈਂ ਤੁਹਾਨੂੰ ਆਪਣੇ ਐਕਸਪੀਰੀਅੰਸ ਤੋਂ ਇਹੀ ਸੁਜੈਸਟ ਕਰੂੰਗਾ ਕਿ ਤੁਸੀਂ ਆਨਲਾਈਨ ਐਗਜ਼ਾਮ ਦੀ ਡਿਮਾਂਡ ਹੀ ਰੱਖੋ, ਤੁਸੀਂ ਸਿਰਫ ਉਸੇ ਦੇ ਹੱਕ ਵਿੱਚ ਰਹੋ। ਜੇ ਤੁਸੀਂ ਪ੍ਰਮੋਸ਼ਨ ਵੱਲ ਜਾਓਗੇ ਤਾਂ ਹੋ ਸਕਦਾ ਤੁਹਾਡੇ ਜਿਹੜੇ ਐਗਜ਼ਾਮ ਨੇ ਉਹ ਆਫਲਾਈਨ ਮੋਡ ਦੇ ਵਿੱਚ ਹੀ ਹੋਣ। ਬਾਕੀ ਜਿੱਦਾਂ ਹੀ ਕੋਈ ਹੋਰ ਅਪਡੇਟ ਆਉਂਦੀ ਹੈ ਤਾਂ ਵੀਡੀਓ ਪਾ ਕੇ ਮੈਂ ਤੁਹਾਨੂੰ ਅਪਡੇਟ ਕਰ ਦੂੰਗਾ। ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਤਾਂ ਕਿ ਤੁਹਾਨੂੰ ਰੈਗੂਲਰ ਅਪਡੇਟਸ ਮਿਲਦੇ ਰਹਿਣ।